Good morning, dear students. Today we will read chapter number 15, Sant Kabir Ji, from your Krumbla book. ਸੰਤ ਕਬੀਰ ਜੀ। ਸੰਤ ਕਬੀਰ ਜੀ ਕੌਣ ਸਨ? ਸੰਤ ਕਬੀਰ ਜੀ 15ਵੀਂ ਸਦੀ ਦੇ ਮਹਾਨ ਕਵੀ ਅਤੇ ਸੰਤ ਹੋਏ। ਭਾਰਤ ਦੀ ਧਰਤੀ ਤੇ ਉਹਨਾਂ ਦਾ ਨਾਮ ਬੜੇ ਹੀ ਮਾਣ ਨਾਲ ਲਿਆ ਜਾਂਦਾ ਹੈ। ਇਹਨਾਂ ਨੇ ਆਪਣੇ ਉਪਦੇਸ਼ਾਂ ਰਾਹੀਂ ਧਰਤੀ ਦੇ ਲੋਕਾਂ ਦਾ ਕਲਿਆਣ ਕੀਤਾ ਤੇ ਕਬੀਰ ਜੀ ਦੀ ਰਚੀ ਹੋਈ ਬਾਣੀ ਹੈ ਜੋ ਕਬੀਰ ਜੀ ਦੇ ਰਚੇ ਹੋਏ ਸ਼ਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਰਜ ਹਨ। ਅੱਗੇ ਪਾਠ ਸ਼ੁਰੂ ਕਰਨ ਜਾ ਰਹੇ ਹਾਂ। ਸੰਤ ਕਬੀਰ ਜੀ। ਸੰਤ ਕਬੀਰ ਜੀ, ਇਸ ਪਾਠ ਵਿੱਚ ਲੇਖਕ ਨੇ ਸੰਤ ਕਬੀਰ ਜੀ ਦੇ ਜੀਵਨ ਤੇ ਚਾਨਣਾ ਪਾਇਆ ਹੈ ਕਿ ਸੰਤ ਕਬੀਰ ਜੀ ਸਨ ਜੋ ਇੱਕ ਬੜੀ ਛੋਟੀ ਜਾਤੀ ਨਾਲ ਸੰਬੰਧ ਰੱਖਦੇ ਸਨ। ਉਸ ਵੇਲੇ ਕੁਝ ਕੱਟੜਪੰਥੀ ਹਿੰਦੂ ਜਾਤੀ ਦੇ ਲੋਕ ਇਸ ਜਾਤ ਵਾਲਿਆਂ ਨਾਲ ਨਫ਼ਰਤ ਕਰਦੇ ਸਨ। ਕਬੀਰ ਜੀ ਨੇ ਜਿਉਂ ਹੀ ਹੋਸ਼ ਸੰਭਾਲੀ, ਉਹ ਜਾਤ ਪਾਤ ਦੇ ਖਿਲਾਫ ਡਟ ਕੇ ਖੜੇ ਹੋ ਗਏ। ਉਹਨਾਂ ਦੀਆਂ ਦਲੀਲਾਂ ਅੱਗੇ ਕੱਟੜਪੰਥੀ ਲੋਕ ਰਤਾ ਵੀ ਠਹਿਰ ਨਹੀਂ ਸਕੇ ਤੇ ਸੰਤ ਕਬੀਰ ਅਸਲ ਵਿੱਚ ਮਹਾਨ ਸੰਤ ਸਨ। ਭਾਰਤ ਦੀ ਧਰਤੀ ਰਿਸ਼ੀਆਂ ਮੁਨੀਆਂ, ਪੀਰਾਂ ਫਕੀਰਾਂ, ਗੁਰੂਆਂ, ਦੇਵੀ ਦੇਵਤਿਆਂ ਦੀ ਧਰਤੀ ਅਖਵਾਉਂਦੀ ਹੈ। ਸਮੇਂ-ਸਮੇਂ ਇੱਥੇ ਮਹਾਂਪੁਰਸ਼ਾਂ ਨੇ ਅਵਤਾਰ ਧਾਰਨ ਕਰਕੇ ਇਸ ਧਰਤੀ ਨੂੰ ਭਾਗ ਲਾਏ। ਇਨ੍ਹਾਂ ਸੰਤਾਂ ਭਗਤਾਂ ਵਿੱਚੋਂ ਸੰਤ ਕਬੀਰ ਜੀ ਦਾ ਨਾਂ ਹੈ ਜੋ ਬੜੇ ਮਾਣ ਨਾਲ ਲਿਆ ਜਾਂਦਾ ਹੈ। ਭਗਤੀ ਲਹਿਰ ਦੇ ਇਹ 15ਵੀਂ ਸਦੀ ਵਿੱਚ ਹੋਏ। ਇਹਨਾਂ ਨੇ ਆਪਣੇ ਉਪਦੇਸ਼ਾਂ ਰਾਹੀਂ ਇਸ ਧਰਤੀ ਦਾ ਉद्धार ਕੀਤਾ। ਇਹਨਾਂ ਦੇ ਰਚੇ ਹੋਏ ਬਹੁਤ ਸਾਰੇ ਸ਼ਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਉद्धार ਕੀਤਾ ਭਾਵ ਕਲਿਆਣ ਕੀਤਾ, ਧਰਤੀ ਦੇ ਲੋਕਾਂ ਦਾ ਕਲਿਆਣ ਕੀਤਾ। ਸੰਤ ਕਬੀਰ ਜੀ ਦੇ ਪਿਤਾ ਕੱਪੜਾ ਬੁਣਨ ਦਾ ਕੰਮ ਕਰਦੇ ਸਨ। ਉਹਨਾਂ ਨੇ ਆਪਣੇ ਪਿਤਾ ਦੇ ਕਿੱਤੇ ਨੂੰ ਹੀ ਅਪਣਾਇਆ। ਕਿੱਤਾ ਭਾਵ ਕੰਮ ਧੰਦਾ, ਜੋ ਉਹਨਾਂ ਦੇ ਪਿਤਾ ਜੀ ਕੰਮ ਕਰਦੇ ਸਨ ਉਹੀ ਕੰਮ ਉਹਨਾਂ ਨੇ ਅਪਣਾਇਆ। ਆਪ ਕੱਪੜਾ ਬੁਣ ਕੇ ਆਪਣੇ ਜੀਵਨ ਦਾ ਨਿਰਵਾਹ ਕਰਦੇ ਰਹੇ ਤੇ ਪ੍ਰਭੂ ਦੇ ਗੁਣ ਗਾਉਂਦੇ ਰਹੇ। ਜਾਤ ਪਾਤ ਦਾ ਭੇਦਭਾਵ ਭਾਵੇਂ ਹੁਣ ਵੀ ਵੇਖਿਆ ਜਾਂਦਾ ਹੈ, ਪਰ ਕਬੀਰ ਜੀ ਦੇ ਸਮੇਂ ਬਹੁਤ ਜ਼ਿਆਦਾ ਸੀ। ਉਹਨਾਂ ਦੀ ਜਾਤ ਅਤੇ ਕੰਮ ਕਿੱਤੇ ਨੂੰ ਵੀ ਨੀਵਾਂ ਸਮਝਿਆ ਜਾਂਦਾ ਸੀ। ਜਾਤ ਭਾਵ ਉਹਨਾਂ ਦੀ ਜਾਤੀ ਨੂੰ ਤਾਂ ਨੀਵਾਂ ਸਮਝਿਆ ਹੀ ਜਾਂਦਾ ਸੀ, ਬਟ ਜਿਹੜਾ ਉਹਨਾਂ ਦਾ ਕੰਮ ਧੰਦਾ ਸੀ, ਉਹਨਾਂ ਦਾ ਰੁਜ਼ਗਾਰ ਸੀ, ਉਸ ਨੂੰ ਵੀ ਨੀਵਾਂ ਸਮਝਿਆ ਜਾਂਦਾ ਸੀ। ਉਸ ਸਮੇਂ ਵਿੱਦਿਆ ਪ੍ਰਾਪਤ ਕਰਨ ਦਾ ਹੱਕ ਆਮ ਮਨੁੱਖ ਨੂੰ ਨਹੀਂ ਸੀ। ਆਪਣੇ ਆਪ ਨੂੰ ਉੱਚੀ ਜਾਤੀ ਸਮਝਣ ਵਾਲੇ ਲੋਕ ਨੀਵੀਂ ਜਾਤੀ ਵਾਲਿਆਂ ਨਾਲ ਨਫ਼ਰਤ ਕਰਦੇ ਸਨ। ਭਾਵ ਜਿਹੜੇ ਲੋਕ ਅਮੀਰ ਸਨ, ਉੱਚੀ ਜਾਤੀ ਨਾਲ ਸੰਬੰਧ ਰੱਖਦੇ ਸੀ, ਉਹ ਨੀਵੀਂ ਜਾਤੀ ਦੇ ਲੋਕਾਂ ਨਾਲ ਨਫ਼ਰਤ ਕਰਦੇ ਸਨ, ਉਹਨਾਂ ਨੂੰ ਬੁਲਾਉਣਾ ਪਸੰਦ ਨਹੀਂ ਕਰਦੇ ਸਨ। ਤੇ ਜਦੋਂ ਸੰਤ ਕਬੀਰ ਜੀ ਨੇ ਹੋਸ਼ ਸੰਭਾਲੀ, ਉਹਨਾਂ ਨੇ ਇਸ ਜਾਤ ਪਾਤ ਊਚ ਨੀਚ ਦੇ ਭੇਦਭਾਵ ਨੂੰ ਖਤਮ ਕਰਨ ਦਾ ਬੀੜਾ ਉਠਾਇਆ। ਭੇਦਭਾਵ ਭਾਵ ਜੋ ਵੀ ਭੇਦਭਾਵ ਭਿੰਨ ਭੇਦ ਕੀਤਾ ਜਾਂਦਾ ਸੀ, ਵੀ ਨੀਵੀਂ ਜਾਤੀ ਦੇ ਲੋਕ ਨੇ, ਇਹਨਾਂ ਨੂੰ ਬੁਲਾਉਣਾ ਨਹੀਂ ਹੈਗਾ, ਤਾਂ ਉਹਨਾਂ ਨਾਲ ਬੜਾ ਹੀ ਦੁਰਵਿਵਹਾਰ ਕੀਤਾ ਜਾਂਦਾ ਸੀ। ਤਾਂ ਸੰਤ ਕਬੀਰ ਜੀ ਨੇ ਜਦੋਂ ਹੋਸ਼ ਸੰਭਾਲੀ ਤਾਂ ਉਹਨਾਂ ਨੇ ਇਸ ਕੰਮ ਨੂੰ ਕਰਨ ਦਾ ਬੀੜਾ ਉਠਾਇਆ, ਭਾਵ ਉਸ ਚੀਜ਼ ਦੇ ਅੱਗੇ ਲੱਗ ਕੇ ਇਹਨਾਂ ਚੀਜ਼ਾਂ ਨੂੰ ਖਤਮ ਕੀਤਾ। ਕਬੀਰ ਜੀ ਦੇ ਮਨ ਵਿੱਚ ਗਿਆਨ ਦੀ ਭੁੱਖ ਬੜੀ ਪ੍ਰਬਲ ਸੀ। ਪ੍ਰਬਲ ਭਾਵ ਤੇਜ਼ ਸੀ। ਉਸ ਸਮੇਂ ਵਿੱਦਿਆ ਲੈਣ ਲਈ ਸ਼ਿਸ਼ ਕਿਸੇ ਗੁਰੂ ਕੋਲ ਜਾਂਦਾ ਸੀ। ਸ਼ਿਸ਼ ਭਾਵ ਚੇਲਾ ਕਿਸੇ ਗੁਰੂ ਕੋਲ ਜਾਂਦਾ ਸੀ। ਮੀਨਸ ਆਪਣੀ ਵਿੱਦਿਆ ਗ੍ਰਹਿਣ ਕਰਨ ਵਾਸਤੇ ਗੁਰੂ ਦੇ ਕੋਲ ਚੇਲੇ ਨੂੰ ਜਾਣਾ ਪੈਂਦਾ ਸੀ। ਕਬੀਰ ਜੀ ਨੂੰ ਵੀ ਨੀਵੀਂ ਜਾਤੀ ਦਾ ਸਮਝ ਕੇ ਕੋਈ ਵੀ ਉਹਨਾਂ ਦਾ ਗੁਰੂ ਬਣਨ ਨੂੰ ਤਿਆਰ ਨਹੀਂ ਸੀ। ਉਸ ਸਮੇਂ ਰਾਮਾਨੰਦ ਇਲਾਕੇ ਦੇ ਉੱਘੇ ਵਿਦਵਾਨ ਸਨ। ਉੱਘੇ ਭਾਵ ਪ੍ਰਸਿੱਧ ਵਿਦਵਾਨ ਸਨ। ਕਬੀਰ ਜੀ ਰਾਮਾਨੰਦ ਜੀ ਨੂੰ ਆਪਣਾ ਗੁਰੂ ਧਾਰਨ ਕਰਨਾ ਚਾਹੁੰਦੇ ਸਨ। ਕਬੀਰ ਜੀ ਕੀ ਚਾਹੁੰਦੇ ਸਨ ਕਿ ਜਿਹੜੇ ਸੰਤ ਰਾਮਾਨੰਦ ਜੀ ਨੇ ਉਹਨਾਂ ਦੇ ਗੁਰੂ ਬਣ ਜਾਣ। ਉਦੋਂ ਵਾਤਾਵਰਨ ਹੀ ਅਜਿਹਾ ਸੀ ਕਿ ਜੇ ਕੋਈ ਕਿਸੇ ਨੀਵੀਂ ਜਾਤੀ ਸਮਝੀ ਜਾਂਦੀ ਜਾਤੀ ਦੇ ਬਾਲਕ ਨੂੰ ਆਪਣਾ ਗੁਰੂ ਬਣਾਉਣਾ ਵੀ ਚਾਹੁੰਦਾ ਸੀ, ਮੀਨਸ ਉਸ ਦਾ ਗੁਰੂ ਬਣਨਾ ਵੀ ਚਾਹੁੰਦਾ ਸੀ, ਤਾਂ ਵੀ ਉੱਚ ਜਾਤੀ ਦੇ ਲੋਕਾਂ ਵੱਲੋਂ ਉਸ ਚੀਜ਼ ਦਾ ਕਰੜਾ ਵਿਰੋਧ ਕੀਤਾ ਜਾਂਦਾ ਸੀ। ਕਰੜਾ ਭਾਵ ਬਹੁਤ ਸਖਤ ਵਿਰੋਧ ਕੀਤਾ ਜਾਂਦਾ ਸੀ ਕਿ ਤੁਸੀਂ ਉਸ ਦਾ ਗੁਰੂ ਨਹੀਂ ਬਣਨਾ।
ਇਸ ਕਰੜੇ ਵਿਰੋਧ ਦੇ ਬਾਵਜੂਦ ਕੀ ਸੀ, ਜਿਹੜੇ ਸੰਤ ਰਾਮਾਨੰਦ ਜੀ ਸੀਗੇ ਉਹ ਕਬੀਰ ਨੂੰ ਆਪਣਾ ਸ਼ਿਸ਼ ਭਾਵ ਚੇਲਾ ਬਣਾਉਣ ਦੇ ਵਿੱਚ ਸਹਿਮਤ ਨਹੀਂ ਸਨ। ਮਤਲਬ ਸੌਖੇ ਸਹਿਮਤ ਨਹੀਂ ਹੋ ਰਹੇ ਸੀ। ਕਿਉਂ ਨਹੀਂ ਹੋ ਰਹੇ ਸੀ? ਫਿਰ ਇਸ ਹਾਲਤ ਨੂੰ ਦੇਖ ਕੇ ਸੰਤ ਕਬੀਰ ਜੀ ਨੇ ਇੱਕ ਰਾਹ ਲੱਭਿਆ। ਉਹਨਾਂ ਨੂੰ ਪਤਾ ਸੀ ਕਿ ਰਾਮਾਨੰਦ ਜੀ ਸਵੇਰੇ ਸਵਖਤੇ ਮੀਨਸ ਅਰਲੀ ਇਨ ਦਾ ਮਾਰਨਿੰਗ ਗੰਗਾ ਵਿੱਚ ਇਸ਼ਨਾਨ ਕਰਨ ਜਾਂਦੇ ਸਨ। ਰਾਹ ਵਿੱਚ ਰੌਸ਼ਨੀ ਦਾ ਕੋਈ ਪ੍ਰਬੰਧ ਨਹੀਂ ਸੀ। ਇੱਕ ਦਿਨ ਜਦੋਂ ਇਸ਼ਨਾਨ ਕਰਕੇ ਵਾਪਸ ਆ ਰਹੇ ਸੀ ਰਾਮਾਨੰਦ ਜੀ, ਤਾਂ ਸੰਤ ਕਬੀਰ ਜੀ ਸੀ ਜਿਹੜੇ ਉਹ ਉਹਨਾਂ ਦੇ ਰਾਹ ਦੇ ਵਿੱਚ ਲੰਮੇ ਪੈ ਗਏ ਤੇ ਰਾਮਾਨੰਦ ਜੀ ਦਾ ਪੈਰ ਜਿਵੇਂ ਹੀ ਸੰਤ ਕਬੀਰ ਜੀ ਨੂੰ ਲੱਗਿਆ ਤਾਂ ਉਹਨਾਂ ਦੇ ਮੂੰਹੋਂ ਸ਼ਬਦ ਨਿਕਲੇ ਕਿ ਉੱਠੋ ਭਾਈ, ਰਾਮ ਜਪੋ। ਉਹਨਾਂ ਨੂੰ ਪਤਾ ਸੀ ਕਿ ਰਾਹ ਵਿੱਚ ਸੰਤ ਕਬੀਰ ਜੀ ਜਾਣ ਬੁੱਝ ਕੇ ਪਏ ਹਨ। ਫਿਰ ਕਬੀਰ ਜੀ ਨੇ ਕੀ ਸੋਚਿਆ ਕਿ ਮੇਰੇ ਗੁਰੂ ਜੀ ਦੀ ਚਰਨ ਛੋਹ ਮੈਨੂੰ ਪ੍ਰਾਪਤ ਹੋ ਗਈ ਹੈ। ਰਾਮ ਜਪੋ ਦਾ ਪਾਠ ਵੀ ਉਹਨਾਂ ਕੋਲੋਂ ਮਿਲ ਗਿਆ ਸੀ। ਤਦ ਤੋਂ ਕਬੀਰ ਜੀ ਨੇ ਆਪਣੇ ਆਪ ਨੂੰ ਰਾਮਾਨੰਦ ਦਾ ਸ਼ਿਸ਼ ਮੰਨਣਾ ਸ਼ੁਰੂ ਕਰ ਦਿੱਤਾ, ਕਿਉਂਕਿ ਸੰਤ ਕਬੀਰ ਜੀ ਨੇ ਇੱਕ ਰਾਹ ਲੱਭ ਲਿਆ ਸੀ। ਕਿਸ ਤਰ੍ਹਾਂ ਦਾ ਰਾਹ ਲੱਭਿਆ? ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਰਾਮਾਨੰਦ ਜੀ ਸੁਬਾਹ ਗੰਗਾ ਨਦੀ ਦੇ ਵਿੱਚ ਇਸ਼ਨਾਨ ਕਰਨ ਜਾਂਦੇ ਹਨ ਤੇ ਉੱਥੇ ਰੌਸ਼ਨੀ ਦਾ ਕੋਈ ਪ੍ਰਬੰਧ ਨਹੀਂ ਹੁੰਦਾ, ਮੀਨਸ ਭਾਵ ਲਾਈਟ ਨਹੀਂ ਹੁੰਦੀ ਉੱਥੇ। ਤਾਂ ਸੰਤ ਕਬੀਰ ਜੀ ਨੇ ਕੀ ਕੀਤਾ, ਉਹਨਾਂ ਦੇ ਰਸਤੇ ਦੇ ਵਿੱਚ ਲੰਮੇ ਲੇਟ ਜਾਂਦੇ ਹਨ। ਜਦੋਂ ਸੰਤ ਰਾਮਾਨੰਦ ਜੀ ਇਸ਼ਨਾਨ ਕਰਕੇ ਆਪਣਾ ਵਾਪਸ ਆਉਂਦੇ ਹਨ ਤਾਂ ਉਹਨਾਂ ਦਾ ਜਿਹੜਾ ਹੈਗਾ ਪੈਰ ਉਹ ਸੰਤ ਕਬੀਰ ਜੀ ਦੇ ਹੱਥ ਨੂੰ ਟੱਚ ਕਰਦਾ ਗਾ। ਤਾਂ ਸੰਤ ਰਾਮਾਨੰਦ ਜੀ ਦੇ ਮੂੰਹੋਂ ਸ਼ਬਦ ਨਿਕਲਦੇ ਹਨ ਕਿ ਉੱਠੋ ਭਾਈ, ਰਾਮ ਜਪੋ। ਤਾਂ ਫਿਰ ਉਹਨਾਂ ਨੂੰ ਪਤਾ ਸੀ ਕਿ ਜਿਹੜੇ ਹੈਗੇ ਸੰਤ ਕਬੀਰ ਜੀ ਉਹ ਜਾਣ ਬੁੱਝ ਕੇ ਪਏ ਹਨ। ਇਸ ਤਰ੍ਹਾਂ ਕਬੀਰ ਜੀ ਕਿਉਂ ਲੇਟੇ ਸਨ ਉਹਨਾਂ ਦੇ ਰਸਤੇ ਵਿੱਚ? ਕਿਉਂਕਿ ਉਹਨਾਂ ਦੇ ਚਰਨ ਛੋਹ ਪ੍ਰਾਪਤ ਕਰਨਾ ਚਾਹੁੰਦੇ ਸਨ ਤੇ ਉਹਨਾਂ ਕੋਲੋਂ ਪਾਠ ਸਿੱਖਣਾ ਚਾਹੁੰਦੇ ਸਨ। ਤਾਂ ਜਦੋਂ ਗੁਰੂ ਜੀ ਦੇ ਚਰਨ ਛੋਹ ਨੂੰ ਪ੍ਰਾਪਤ ਹੋਈ ਤਾਂ ਗੁਰੂ ਜੀ ਨੇ ਕੀ ਕਿਹਾ ਕਿ ਰਾਮ ਜਪੋ ਦਾ ਪਾਠ ਜਿਹੜਾ, ਉਹਨੂੰ ਕਬੀਰ ਜੀ ਕਹਿੰਦੇ ਹਨ ਕਿ ਗੁਰੂ ਜੀ ਤੋਂ ਮੈਨੂੰ ਉੱਠੋ ਭਾਈ ਰਾਮ ਜਪੋ, ਮੀਨਸ ਰਾਮ ਜਪੋ ਦਾ ਪਾਠ ਸੀ ਜਿਹੜਾ ਉਹ ਉਹਨਾਂ ਨੂੰ ਮਿਲ ਗਿਆ ਸੀ। ਇਸ ਲਈ ਉਹਨਾਂ ਨੇ ਰਾਮਾਨੰਦ ਜੀ ਨੂੰ ਆਪਣਾ ਸ਼ਿਸ਼ ਮੰਨਣਾ ਸ਼ੁਰੂ ਕਰ ਦਿੱਤਾ। ਸ਼ਿਸ਼ ਭਾਵ ਚੇਲਾ। ਉਹਨਾਂ ਨੇ ਰਾਮਾਨੰਦ ਜੀ ਦਾ ਚੇਲਾ ਆਪਣੇ ਆਪ ਨੂੰ ਮੀਨਸ ਕਿ ਮੈਂ ਰਾਮਾਨੰਦ ਜੀ ਦਾ ਸ਼ਿਸ਼ ਹਾਂ ਇਹ ਮੰਨਣਾ ਸ਼ੁਰੂ ਕਰ ਦਿੰਦੇ ਹਨ। ਹੌਲੀ ਹੌਲੀ ਇਸ ਗੱਲ ਦਾ ਪਤਾ ਰਾਮਾਨੰਦ ਜੀ ਨੂੰ ਵੀ ਲੱਗ ਗਿਆ। ਉਹਨਾਂ ਨੇ ਕਬੀਰ ਜੀ ਤੋਂ ਪੁੱਛਿਆ ਕਿ ਤੁਸੀਂ ਮੇਰੇ ਸ਼ਾਗਿਰਦ ਕਿਵੇਂ ਬਣ ਗਏ ਹੋ? ਸ਼ਾਗਿਰਦ ਭਾਵ ਚੇਲਾ। ਅੱਗੋਂ ਕਬੀਰ ਜੀ ਨੇ ਉਸ ਵੇਲੇ ਸਾਰੀ ਘਟਨਾ ਦੱਸ ਦਿੱਤੀ। ਰਾਮਾਨੰਦ ਜੀ ਗਦਗਦ ਹੋ ਉੱਠੇ, ਭਾਵ ਖੁਸ਼ੀ ਨਾਲ ਖਿਲ ਉੱਠੇ। ਕਬੀਰ ਜੀ ਦੀ ਲਗਨ ਤੇ ਸ਼ਰਧਾ ਨੂੰ ਵੇਖ ਕੇ ਉਹਨਾਂ ਨੇ ਕਬੀਰ ਜੀ ਨੂੰ ਸੱਚਮੁੱਚ ਆਪਣਾ ਸ਼ਿਸ਼ਯ ਬਣਾ ਲਿਆ। ਭਾਵ ਉਹਨਾਂ ਦੀ ਲਗਨ, ਸੰਤ ਕਬੀਰ ਜੀ ਦੀ ਲਗਨ ਤੇ ਸ਼ਰਧਾ, ਆਪਣੇ ਪ੍ਰਤੀ ਪ੍ਰੇਮ ਪਿਆਰ ਦੇਖ ਕੇ ਉਹਨਾਂ ਨੇ ਸੱਚਮੁੱਚ ਹੀ ਉਹਨਾਂ ਨੂੰ ਆਪਣਾ ਸ਼ਿਸ਼ ਭਾਵ ਚੇਲਾ ਬਣਾ ਲਿਆ। ਤਦ ਤੋਂ ਕਬੀਰ ਜੀ ਆਪਣੇ ਗੁਰੂ ਜੀ ਤੋਂ ਬਿਨਾਂ ਸੰਕੋਚ ਸਿੱਖਿਆ ਪ੍ਰਾਪਤ ਕਰਨ ਲੱਗੇ। ਫਿਰ ਕੀ ਹੋ ਗਿਆ? ਬਿਨਾਂ ਸੰਕੋਚ ਮੀਨਸ ਬਿਨਾਂ ਕਿਸੇ ਸੰਕੋਚ ਤੋਂ ਗੁਰੂ ਜੀ ਤੋਂ ਉਹਨਾਂ ਨੇ ਆਪਣਾ ਕਬੀਰ ਜੀ ਨੇ ਸੰਤ ਰਾਮਾਨੰਦ ਨੂੰ ਆਪਣਾ ਗੁਰੂ ਮੰਨ ਲਿਆ ਤੇ ਉਹਨਾਂ ਕੋਲ ਸਿੱਖਿਆ ਪ੍ਰਾਪਤ ਕਰਨ ਲੱਗੇ। ਕਬੀਰ ਜੀ ਉਸ ਸਮੇਂ ਦੇ ਉੱਘੇ ਸੰਤਾਂ ਨਾਲ ਵੀ ਮਿਲ ਕੇ ਬੈਠਦੇ। ਕਹਿੰਦੇ ਹਨ ਕਿ ਇਸ ਸੰਤ ਮੰਡਲੀ ਵਿੱਚ ਕਬੀਰ ਜੀ, ਰਵਿਦਾਸ ਜੀ, ਸੈਨ ਜੀ ਤੇ ਪੀਪਾ ਜੀ ਵੀ ਹੁੰਦੇ। ਉਸ ਸਮੇਂ ਜੋ ਸਤਸੰਗ ਦੀ ਗੰਗਾ ਵਹਿੰਦੀ ਸੀ ਉਸ ਨੂੰ ਬਿਆਨ ਕਰਨਾ ਔਖਾ ਹੈ। ਸਤਸੰਗ ਦੀ ਗੰਗਾ ਭਾਵ ਗੰਗਾ ਵਹਿਣੀ ਭਾਵ ਲਗਾਤਾਰ ਪ੍ਰਵਾਹ ਚੱਲਣਾ, ਉਹਨਾਂ ਦੀ ਬਾਣੀ ਦਾ ਪ੍ਰਵੇਸ਼ਾਂ ਦਾ ਲਗਾਤਾਰ ਜਿਹੜੇ ਉਹ ਪ੍ਰਵੇਸ਼ ਬਚਨ ਕਰਦੇ ਸਨ ਉਹਨਾਂ ਦਾ ਲਗਾਤਾਰ ਮਤਲਬ ਪ੍ਰਵਾਹ ਚੱਲਦਾ ਰਹਿੰਦਾ ਸੀ। ਕਬੀਰ ਜੀ ਜਾਤ ਪਾਤ ਦੇ ਸਖਤ ਵਿਰੋਧੀ ਸਨ। ਉਹ ਜਾਤ ਪਾਤ ਦੇ ਹਮਾਇਤੀਆਂ ਨਾਲ ਬਹਿਸ ਕਰਦੇ, ਉਹ ਦਲੀਲਾਂ ਦੇ ਕੇ ਸਾਬਤ ਕਰਦੇ ਕਿ ਸਾਰੇ ਮਨੁੱਖ ਸਮਾਨ ਹਨ, ਜਾਤ ਪਾਤ ਦੇ ਭੇਦਭਾਵ ਫਜ਼ੂਲ ਹਨ। ਕਬੀਰ ਜੀ ਹੱਥੀਂ ਕਿਰਤ ਕਰਦੇ ਸਨ। ਉਹਨਾਂ ਦੀ ਪਤਨੀ ਦਾ ਨਾਂ ਲੋਈ ਸੀ। ਕਮਾਲ ਉਹਨਾਂ ਦਾ ਪੁੱਤਰ ਸੀ ਤੇ ਕਮਾਲੀ ਉਹਨਾਂ ਦੀ ਪੁੱਤਰੀ ਦਾ ਨਾਂ ਸੀ। ਕਬੀਰ ਜੀ ਭਾਵੇਂ ਸਾਦਾ ਜੀਵਨ ਜਿਉਂਦੇ ਸਨ ਫਿਰ ਵੀ ਉਹਨਾਂ ਦਾ ਹੱਥ ਤੰਗ ਰਹਿੰਦਾ ਸੀ। ਉਹਨਾਂ ਬਾਰੇ ਇੱਕ ਕਥਾ ਦੱਸੀ ਜਾਂਦੀ ਹੈ। ਘਰ ਵਿੱਚ ਅਨਾਜ ਦੀ ਲੋੜ ਸੀ। ਕਬੀਰ ਜੀ ਆਪਣੇ ਹੱਥਾਂ ਦੇ ਬੁਣੇ ਖੱਦਰ
ਦੇ ਥਾਨ ਨੂੰ ਲੈ ਕੇ ਵੇਚਣ ਲਈ ਬਾਜ਼ਾਰ ਗਏ। ਇਹ ਬਨਾਰਸ ਦਾ ਬਾਜ਼ਾਰ ਸੀ। ਉਹਨਾਂ ਨੇ ਅਜੇ ਥਾਨ ਵੇਚਣਾ ਹੀ ਸੀ ਕਿ ਇੱਕ ਸਾਧੂ ਨੇ ਵਸਤਰਾਂ ਲਈ ਕੱਪੜੇ ਦੀ ਮੰਗ ਕੀਤੀ। ਵਸਤਰਾਂ ਭਾਵ ਆਪਣੇ ਕੱਪੜੇ ਬਣਾਉਣ ਲਈ। ਇਸ ਤੋਂ ਪਹਿਲਾਂ ਹੀ ਸਾਧੂ ਨੇ ਕਹਿ ਦਿੱਤਾ ਵਸਤਰਾਂ ਲਈ ਕੱਪੜੇ ਦੀ ਮੰਗ ਕੀਤੀ। ਕਬੀਰ ਜੀ ਨੇ ਸਾਧੂ ਦੀ ਲੋੜ ਅਨੁਸਾਰ ਕੱਪੜਾ ਪਾੜਨਾ ਚਾਹਿਆ। ਇਸ ਤੋਂ ਪਹਿਲਾਂ ਹੀ ਸਾਧੂ ਨੇ ਕਹਿ ਦਿੱਤਾ, ਇਹ ਸਾਰਾ ਥਾਨ ਹੀ ਦੇ ਦਿਓ। ਕਬੀਰ ਜੀ ਨੇ ਇੱਕ ਵੀ ਸ਼ਲੋਕ ਬੋਲੇ ਬਿਨਾਂ ਸਾਰਾ ਥਾਨ ਸਾਧੂ ਨੂੰ ਦੇ ਦਿੱਤਾ। ਕਬੀਰ ਜੀ ਦੇ ਘਰ ਸੰਤਾਂ ਭਗਤਾਂ ਦਾ ਆਉਣਾ ਜਾਣਾ ਰਹਿੰਦਾ ਸੀ। ਮਾਤਾ ਲੋਈ ਸਭ ਨੂੰ ਸਤਿਕਾਰ ਨਾਲ ਭੋਜਨ ਛਕਾਉਂਦੇ। ਕਬੀਰ ਜੀ ਨੇ ਕਾਫੀ ਰਚਨਾ ਕੀਤੀ। ਉਹਨਾਂ ਦੀ ਰਚਨਾ ਨੂੰ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਕੀਤਾ। ਕਬੀਰ ਜੀ ਦਾ ਸ਼ਲੋਕ ਹੈ, ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਕਬੀਰ ਜੀ ਬਹੁਤ ਸਮਾਂ ਬਨਾਰਸ ਵਿੱਚ ਰਹੇ। ਕਬੀਰ ਜੀ ਨੇ ਕੱਟੜ ਲੋਕਾਂ ਅਤੇ ਜ਼ੁਲਮ ਕਰਨ ਵਾਲਿਆਂ ਨੂੰ ਖਰੀਆਂ ਖਰੀਆਂ ਸੁਣਾਈਆਂ। ਖਰੀਆਂ ਖਰੀਆਂ ਸੁਣਾਉਣਾ ਇੱਕ ਮੁਹਾਵਰਾ ਹੈ, ਭਾਵ ਮੂੰਹ ਤੇ ਸੱਚ ਕਹਿਣਾ। ਕਬੀਰ ਜੀ ਆਮ ਲੋਕਾਂ ਵਿੱਚ ਭਾਵੇਂ ਉਹ ਹਿੰਦੂ ਸਨ ਜਾਂ ਮੁਸਲਮਾਨ ਇੱਕੋ ਜਿੰਨਾ ਸਤਿਕਾਰੇ ਜਾਂਦੇ ਸਨ। ਕਹਿੰਦੇ ਹਨ ਕਿ ਜਦੋਂ ਸੰਤ ਕਬੀਰ ਜੀ ਜੋਤੀ ਜੋਤ ਸਮਾਏ, ਉਹਨਾਂ ਦੀ ਮ੍ਰਿਤਕ ਦੇਹ ਨੂੰ ਲੈ ਕੇ ਝਗੜਾ ਹੋ ਗਿਆ। ਹਿੰਦੂ ਆਖ ਰਹੇ ਸਨ ਕਿ ਅਸੀਂ ਇਹਨਾਂ ਦੇ ਸਰੀਰ ਨੂੰ ਜਲਾਉਣਾ ਹੈ ਤੇ ਮੁਸਲਮਾਨ ਕਹਿੰਦੇ ਸਨ ਅਸੀਂ ਦਫਨਾਉਣਾ ਚਾਹੁੰਦੇ ਹਾਂ। ਆਖਿਰ ਕਬੀਰ ਜੀ ਦੀ ਬਾਣੀ ਨੇ ਉਹਨਾਂ ਦੇ ਸਾਰੇ ਝਗੜੇ ਦੂਰ ਕਰ ਦਿੱਤੇ। ਸਦੀਆਂ ਲੰਘਣ ਤੇ ਵੀ ਕਬੀਰ ਜੀ ਦੀ ਵਡਿਆਈ ਲੋਕ ਮਨਾਂ ਵਿੱਚ ਬਹੁਤ ਹੈ, ਸਗੋਂ ਉਹਨਾਂ ਦੀ ਮਹਾਨਤਾ ਵਧੇਰੇ ਸਮਝੀ ਜਾਣ ਲੱਗੀ ਹੈ। ਮਹਾਨਤਾ ਭਾਵ ਉਹਨਾਂ ਦੀ ਵਡਿਆਈ ਜ਼ਿਆਦਾ ਸਮਝੀ ਜਾਣ ਲੱਗੀ ਹੈ। ਸੋ ਪਿਆਰੇ ਬੱਚਿਓ, ਇਸ ਪਾਠ ਨੂੰ ਤੁਸੀਂ ਧਿਆਨ ਨਾਲ ਸੁਣੋਗੇ, ਪੜ੍ਹੋਗੇ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਕੁਝ ਪ੍ਰਸ਼ਨ ਦੇਵਾਂਗੀ। ਉਹਨਾਂ ਪ੍ਰਸ਼ਨਾਂ ਨੂੰ ਤੁਸੀਂ ਆਪਣੀ ਰਫ ਨੋਟਬੁੱਕ ਦੇ ਵਿੱਚ ਟਰਾਈ ਕਰੋਗੇ। ਥੈਂਕ ਯੂ ਐਂਡ ਹੈਵ ਅ ਨਾਈਸ ਡੇ।